ਅਸੀਂ ਅੱਜ ਧੰਨ ਭਾਗ ਸਮਝਦੇ ਹਾਂ। ਇਹ ਸੰਤ ਪ੍ਰਾਹੁਣੇ ਘਰ ਆਏ ਨੇ, ਕਿਉਂਕਿ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੇਈ ਸੰਤ। ਤੁਸੀਂ ਸੰਤਾਂ ਦੇ ਬਚਨ ਸੁਣਦੇ ਸੀ, ਇਹ ਜੀ ਨਹੀਂ ਸੀ ਕਰਦਾ ਕਿ ਸੰਤ ਇਹ ਖਤਮ ਕਰਨ। ਹਾਲਾਂਕਿ ਨਿਰਮਲ ਪੰਥ ਸਿਰਮੌਰ ਸ੍ਰੀ ਸਵਾਮੀ ਗਿਆਨ ਦੇਵ ਜੀ ਇਹ ਬਾਰ-ਬਾਰ ਕਹਿ ਰਹੇ ਸੀ ਕਿ ਮੈਂ ਇੰਨਾ ਲੰਬਾ ਬੋਲ ਨਹੀਂ ਸਕਦਾ, ਪਰ ਜਿਸ ਤਰ੍ਹਾਂ ਅੰਮ੍ਰਿਤ ਵਰਖਾ ਹੋ ਰਹੀ ਹੈ, ਉਹ ਆਨੰਦ ਸਰੂਪ ਦਾ ਜਸ ਕਰ ਰਹੇ ਨੇ, ਜਿਹਨੂੰ ਸੁਣ ਕੇ ਸਾਡਾ ਮਨ ਵੀ ਆਨੰਦ ਹੋ ਜਾਂਦਾ। ਸਾਡੇ ਕੋਲ ਆਏ ਹੋਏ ਨੇ ਸੰਤ ਇੰਦਰਜੀਤ ਸਿੰਘ ਜੀ। ਇਹਨਾਂ ਅੱਗੇ ਵੀ ਕਿਰਪਾ ਕੀਤੀ ਸੀ, ਇੱਥੇ ਦਰਸ਼ਨ ਦਿੱਤੇ ਸੀ। ਮੈਂ ਵੀ ਇਹਨਾਂ ਦੇ ਡੇਰੇ ਦੇ ਦਰਸ਼ਨ ਕਰਕੇ ਆਇਆ। ਇਹਨਾਂ ਦੇ ਬਚਨ ਸੁਣ ਕੇ ਬੜਾ ਚੰਗਾ ਲੱਗਦਾ ਹੈ। ਇਹ ਜਦੋਂ ਗੱਲ ਕਰਦੇ ਨੇ, ਅਦਵੈਤ ਦੀ ਗੱਲ ਕਰਦੇ ਨੇ ਕਿ ਸਿੱਖ ਪੰਥ ਦਾ ਸਭ ਤੋਂ ਵੱਡਾ ਸਿਧਾਂਤ ਹੀ ਅਦਵੈਤ ਹੈ, ਉਹ ਸੁਣ ਕੇ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਇਹ ਵਿਚਾਰ ਇਹਨਾਂ ਦੇ ਸੱਚੀ ਮੁੱਚੀ ਗੁਰਬਾਣੀ ਨਾਲ ਮਿਲਦੇ ਨੇ। ਅੱਜ ਜੇ ਮੈਂ ਇਹ ਕਹਿ ਲਵਾਂ ਕਿ ਇੱਥੇ ਜਿੰਨੇ ਸਾਰੇ ਸੱਜਣ ਆਏ ਹੋਏ ਨੇ, ਸਾਰੇ ਬੇਸ਼ੱਕ ਗੁਰੂ ਨਾਨਕ ਨਾਮ ਲੇਵਾ ਨਹੀਂ, ਪਰ ਗੁਰੂ ਨਾਨਕ ਨਾਮ ਲੇਵਾ ਤਾਂ ਸਾਰੇ ਹੀ ਨੇ। ਉਹ ਗੁਰੂ ਨਾਨਕ ਨਾਮ ਲੇਵਾ ਤੋਂ ਬਾਹਰ ਤਾਂ ਕੋਈ ਹੈ ਹੀ ਨਹੀਂ। ਜੇ ਸਾਡੇ ਵੀਰ ਸੰਤ ਕਈ ਜੀ ਆਏ ਨੇ, ਉਹਨਾਂ ਨੇ ਵੀ ਜੇ ਗੱਲ ਸ਼ੁਰੂ ਕੀਤੀ ਹੈ, ਉਹਨਾਂ ਨੇ ਵੀ ਗੁਰਬਾਣੀ ਦੀ ਗੱਲ ਕੀਤੀ ਹੈ। ਸਾਡੇ ਵੀਰ ਸ੍ਰੀ ਤਨਵੀਰ ਅਹਿਮਦ ਜੀ ਆਏ ਨੇ, ਉਹਨਾਂ ਨੇ ਵੀ ਗੱਲ ਜੇ ਕੀਤੀ ਹੈ, ਉਹਨਾਂ ਨੇ ਵੀ ਗੱਲ ਗੁਰਬਾਣੀ ਨਾਲ ਹੀ ਸ਼ੁਰੂ ਕੀਤੀ ਹੈ। ਉਹਨਾਂ ਨੇ ਵੀ ਇੱਥੋਂ ਹੀ ਸ਼ੁਰੂ ਕੀਤਾ, ਵਿਸਰ ਗਈ ਸਭ ਧਾਤ ਪਰਾਈ, ਕਦੋਂ ਜਬ ਤੇ ਸਾਧ ਸੰਗਤ ਮੋਏ ਪਾਈ। ਅਤੇ ਸਾਡੇ ਵੀ ਮੈਂ ਸਮਝਦਾ ਇਹ ਧੰਨ ਭਾਗ ਨੇ, ਇਹ ਸਾਧੂਆਂ ਨੇ ਇੱਥੇ ਦਰਸ਼ਨ ਦਿੱਤੇ ਨੇ। ਗਿਆਨੀ ਪ੍ਰਤਾਪ ਸਿੰਘ ਜੀ ਨੇ ਕਿਰਪਾ ਕੀਤੀ ਹੈ, ਆ ਕੇ ਨੇ ਇੱਥੇ ਆਏ ਨੇ। ਬਾਕੀ ਹੋਰ ਸੰਤ ਦਰਸ਼ਨ ਦਾਸ ਜੀ ਆਏ ਨੇ, ਹੋਰ ਸੰਤ ਦਰਸ਼ਨ ਸਿੰਘ ਜੀ ਆਏ ਨੇ, ਹੋਰ ਵੀ ਸਾਧੂ ਜਿਹੜੇ ਆਏ ਨੇ, ਜਿਨ੍ਹਾਂ ਦਾ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਸਕਦਾ। ਇਹੋ ਹੀ ਗੁਰੂ ਨਾਨਕ ਦੇਵ ਦਾ ਘਰ ਹੈ, ਔਰ ਤੁਹਾਨੂੰ ਬੁਲਾਉਣ ਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਇਹ ਯਾਦ ਮਨਾਉਂਦਿਆਂ ਹੋਇਆਂ ਖਾਸ ਕਰਕੇ ਇਹ ਯਾਦ ਕਰਨ ਨੂੰ ਹੈ ਕਿ ਅਸੀਂ ਕੋਈ ਵੱਖਰੇ ਨਹੀਂ, ਵੱਖਰਾ ਕੋਈ ਵੀ ਨਹੀਂ। ਇਹ ਵਖਰੇਵੇਂ ਸਾਡੀ ਈਰਖਾ ਨੇ ਅਤੇ ਸਾਡੀ ਮੈਂ ਨੇ ਪਾਏ ਹੋਏ ਨੇ। ਸੰਤਾਂ ਨੇ ਹੁਣ ਗੱਲ ਕੀਤੀ ਹੈ ਕਿ ਜਿਹੜੀ ਮੈਂ ਇੱਥੇ ਰਹਿ ਜਾਣੀ ਹੈ, ਜਿਹੜਾ ਹੰਕਾਰ ਇੱਥੇ ਰਹਿ ਜਾਣਾ ਹੈ, ਉਸ ਹੰਕਾਰ ਨੇ ਹੀ ਸਾਡੇ ਵਖਰੇਵੇਂ 'ਚ ਪਾਏ ਨੇ। ਕਿਸੇ ਨੂੰ ਇਸ ਗੱਲ ਦੀ ਬੜੀ ਮੈਂ ਉਹ ਦਸਮ ਗ੍ਰੰਥ ਬਾਰੇ ਮਾੜਾ ਸਮਝ ਕੇ ਆਪਣੇ ਆਪ ਨੂੰ ਵੱਡਾ ਸਮਝਦੇ ਨੇ। ਇਹ ਨਹੀਂ ਸਮਝਦੇ ਕਿ ਮੈਂ ਗੁਰੂ ਦੀ ਨਿੰਦਿਆ ਕਰਕੇ ਮੈਂ ਇੱਕ ਹੋਰ ਪਾਪ ਖੱਟਣ ਡਿਆਂ। ਉਹ ਆਪਣੇ ਆਪ ਨੂੰ ਉਸ ਚੀਜ਼ ਵਿੱਚ ਹੀ ਵੱਡਾ ਸਮਝਦੇ ਨੇ। ਕੋਈ ਉਦਾਸੀਆਂ ਨੂੰ ਗਾਲਾਂ ਕੱਢ ਲੈਂਦਾ, ਕੋਈ ਨਾਮਧਾਰੀ ਪੰਥ ਨੂੰ ਗਾਲਾਂ ਕੱਢ ਲੈਂਦਾ, ਉਹ ਕੋਈ ਗੱਲ ਨਹੀਂ, ਗੁਰੂ ਉਹਨਾਂ ਨੂੰ ਵੀ ਸਮਤ ਦੇਵੇ। ਸਾਡਾ ਤਾਂ ਥਾਂ ਇਹ ਹੈ ਕਿ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ। ਉਹ ਕਿਰਪਾ ਕਰੇ। ਇਹ ਪੰਥ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਗੁਰਬਾਣੀ ਤਾਂ ਜੇ ਕੋਈ ਮੁਸਲਮਾਨ ਪੜ੍ਹੇਗਾ ਉਹਦਾ ਵੀ ਭਲਾ ਕਰੇਗੀ। ਗੁਰਬਾਣੀ ਕੋਈ ਨਿਰੰਕਾਰੀ ਪੜ੍ਹਦਾ ਹੈ, ਕੋਈ ਸਿੱਖ ਪੜ੍ਹਦਾ ਹੈ, ਕੋਈ ਹਿੰਦੂ ਪੜ੍ਹਦਾ ਹੈ, ਉਹ ਸਾਰਿਆਂ ਵਾਸਤੇ ਹੀ ਹੈ। ਮੈਂ ਬੜੀ ਵਾਰੀ ਬੜਾ ਪੜ੍ਹ ਕੇ ਗੁਰਬਾਣੀ ਤਾਂ ਕਿਸੇ ਸਪੈਸੀਫਿਕ ਧਰਮ ਵਾਸਤੇ ਨਹੀਂ, ਕਿਸੇ ਇੱਕ ਧਰਮ ਵਾਸਤੇ ਨਹੀਂ, ਉਹਦੇ 'ਚ ਤਾਂ ਸਾਡਾ ਸਾਰਿਆਂ ਦਾ ਹੀ ਭਲਾ ਹੁੰਦਾ ਹੈ। ਅਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਕਰਦਿਆਂ ਹੋਇਆਂ ਮੈਂ ਇਹ ਕਹਿਣਾ ਚਾਹਾਂਗਾ, ਜਨ ਨਾਨਕ ਤਿਸ ਬਲਿਹਾਰਣਾ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਉਹਨਾਂ ਨੇ ਆਪ ਨਾਮ ਜਪਿਆ, ਸਾਨੂੰ ਉਹ ਨਿਰਮਾਣਤਾ ਸਿਖਾਈ। ਮੈਂ ਅਰਜ਼ ਕਰਾਂਗਾ ਕਿ ਤੁਹਾਨੂੰ ਪਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਕਿਸੇ ਨੂੰ ਇਹ ਵੀ ਆਖਿਆ, ਯਾਰ ਜੇ ਤੇਰਾ ਮਨ ਨਹੀਂ ਲੱਗਦਾ, ਤੇਰਾ ਢਿੱਡ ਤੇ ਭਰੇਗਾ, ਤੂੰ ਬੈਠ ਕੇ ਨਾਮ ਤੇ ਜਪ। ਮੈਨੂੰ ਇਹ ਵੀ ਖੁਸ਼ੀ ਹੈ ਜੇ ਮੈਨੂੰ ਕੋਈ ਆ ਕੇ ਕਹਿੰਦਾ ਮੇਰਾ ਮਨ ਨਹੀਂ ਲੱਗਦਾ, ਤੁਸੀਂ ਘੱਟੋ ਘੱਟ ਇਸ ਪਾਸੇ ਤੁਰਦੇ ਤੇ ਹੈ। ਫਿਰ ਸੱਚੇ ਪਾਤਸ਼ਾਹ ਇਹ ਉਦਾਹਰਣ ਦੇਣੀ ਕਿ ਤੁਸੀਂ ਰੋਟੀ ਖਾਂਦੇ ਹੋ,
ਕਈ ਵਾਰੀ ਤੁਹਾਡਾ ਮਨ ਨਹੀਂ ਹੁੰਦਾ, ਤੁਹਾਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਦਾਲ ਸਬਜ਼ੀ ਸਵਾਦ ਹੈ ਕਿ ਨਹੀਂ, ਪਰ ਤੁਹਾਡਾ ਢਿੱਡ ਤੇ ਭਰ ਜਾਂਦਾ। ਜੇ ਅਸੀਂ ਬੈਠਾਂਗੇ, ਸੱਚ ਪਾਤਸ਼ਾਹ ਹੁਕਮ ਕੀਤਾ, ਤੁਸੀਂ ਨਾਮ ਜਪੋਗੇ, ਸਾਧ ਸੰਗਤ ਵਿੱਚ ਆਓਗੇ, ਤੁਹਾਡਾ ਮਨ ਨਹੀਂ ਲੱਗਦਾ, ਤੁਹਾਡਾ ਤਾਂ ਵੀ ਭਲਾ ਹੋਏਗਾ। ਮੈਂ ਸਮਝਦਾ ਸਾਡਾ ਕਰਮ ਕੀ ਹੈ? ਸਾਡਾ ਕਰਮ ਇਹ ਹੈ ਕਿ ਜੇ ਮਨੁੱਖਾ ਜਨਮ ਮਿਲਿਆ, ਅਸੀਂ ਨਾਮ ਜਪੀਏ। ਉਹ ਅਵਸਥਾ ਪ੍ਰਾਪਤ ਕਿਹਨੂੰ ਹੋਣੀ ਹੈ? ਜਿਹਨੇ ਆਪਣੇ ਆਪ ਨੂੰ ਪਛਾਣ ਲਿਆ, ਉਹਨੇ ਪਰਮਾਤਮਾ ਨੂੰ ਪਛਾਣ ਲਿਆ। ਉਹ ਅਵਸਥਾ ਮੇਰੀ ਤੁੱਛ ਬੁੱਧੀ ਮੁਤਾਬਕ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਉਹ ਜਦੋਂ ਬਖਸ਼ਿਸ਼ ਹੁੰਦੀ ਹੈ, ਉਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਪਰਮਾਤਮਾ ਰੂਪੀ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਦੋਂ ਅਵਸਥਾ ਪ੍ਰਾਪਤ ਹੁੰਦੀ ਹੈ। ਕਰਮ ਕਰਨਾ ਸਾਡਾ ਫਰਜ਼ ਹੈ, ਉਹਨਾਂ ਨੇ ਕਦੋਂ ਬਖਸ਼ਿਸ਼ ਕਰਨੀ ਹੈ ਉਹਨਾਂ ਦਾ ਫਰਜ਼ ਹੈ। ਇਹਨਾਂ ਤੁਹਾਡੇ ਸੰਤਾਂ ਤੋਂ ਬਾਅਦ ਬੋਲਣਾ ਵੀ ਮੈਂ ਗੁਸਤਾਖੀ ਸਮਝਦਾ, ਪਰ ਮੈਂ ਇਹ ਤੁਹਾਡਾ ਸਾਰਿਆਂ ਆਇਆਂ ਦਾ ਧੰਨਵਾਦ ਕਰਨਾ ਚਾਹੁੰਦਾ। ਤੁਸੀਂ ਸਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਨੇ। ਸਾਨੂੰ ਇਹ ਗੱਲ ਦ੍ਰਿੜਾਈ ਹੈ ਕਿ ਅਸੀਂ ਵੱਖਰੇ ਵੱਖਰੇ ਨਹੀਂ, ਅਸੀਂ ਸਾਰੇ ਇੱਕ ਹਾਂ, ਅਸੀਂ ਸਾਰੇ ਗੁਰੂ ਨਾਨਕ ਦੇ ਹਾਂ। ਗੁਰੂ ਨਾਨਕ ਸਾਡਾ ਸਾਰਿਆਂ ਦਾ ਹੈ, ਉਸ ਤੋਂ ਵੱਖਰੇ ਕੋਈ ਵੀ ਨਹੀਂ। ਔਰ ਇਹੋ ਹੀ ਇੱਕ ਧਰਮ ਹੈ ਜਿਸ 'ਤੇ ਅਸੀਂ ਚੱਲਦੇ ਹੋਏ ਸਾਰੇ ਸੁਖੀ ਹੋ ਸਕਦੇ ਹਾਂ। ਨਹੀਂ ਤਾਂ ਅੱਜ ਧਰਮਾਂ ਦੇ ਨਾਂ 'ਤੇ, ਜਿਸ ਤਰ੍ਹਾਂ ਸਾਡੇ ਵੀਰ ਤਨਵੀਰ ਅਹਿਮਦ ਜੀ ਨੇ ਕਿਹਾ ਸੀ, ਕੋਈ ਜਿਹਾਦ ਦੇ ਨਾਂ 'ਤੇ ਰੌਲਾ ਪਾਈ ਜਾਂਦਾ। ਕੋਈ ਇਹ ਕਹੀ ਜਾਂਦਾ ਕਿ ਸਹਿਜਧਾਰੀ ਸਿੱਖ ਨਹੀਂ, ਕੋਈ ਕਹਿ ਦਿੰਦਾ ਕਿ ਨਾਮਧਾਰੀ ਸਿੱਖ ਨਹੀਂ। ਉਹ ਲੜਾਈਆਂ ਨੂੰ ਤਾਂ ਥਾਂ ਬਹੁਤ ਪਏ ਨੇ। ਕੋਈ ਇਹ ਕਹਿ ਦਿੰਦਾ ਕਿ ਮੁਸਲਮਾਨ ਇਸ ਰਾਸ਼ਟਰ ਦੇ ਨਹੀਂ। ਉਹ ਕੋਈ ਰਾਸ਼ਟਰਵਾਦ ਦਾ ਠੇਕਾ ਲੈ ਕੇ ਬੈਠਾ ਹੈ। ਈਰਖਾ ਤਾਂ ਭਾਰੀ ਪਈ ਹੈ। ਜੇ ਅਸੀਂ ਪ੍ਰੇਮ ਲੱਭਣਾ, ਉਹ ਸਾਨੂੰ ਇਸ ਗੁਰੂ ਨਾਨਕ ਦੀ ਬਾਣੀ 'ਚੋਂ ਮਿਲਦਾ, ਸਾਨੂੰ ਗੁਰੂ ਨਾਨਕ ਦੇ ਰਸਤੇ ਤੋਂ ਚੱਲ ਕੇ ਮਿਲਦਾ। ਉਹ ਸਾਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਰਸਤੇ ਤੋਂ ਚੱਲ ਕੇ ਮਿਲਦਾ। ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ। ਸੱਚੇ ਪਾਤਸ਼ਾਹ ਨੇ ਨਿਰਮਾਣਤਾ ਦਾ ਕਿਸ ਤਰ੍ਹਾਂ ਨਿਰਮਾਣਤਾ ਰੱਖੀ। ਉਹਨਾਂ ਕਦੀ ਵੱਡਾ ਬਣ ਕੇ ਵਿਖਾਇਆ ਹੀ ਨਹੀਂ, ਕਿਉਂਕਿ ਸਾਡੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕਾ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਆਪਰੇਸ਼ਨ ਹੋਇਆ, ਆਸਟ੍ਰੇਲੀਆ ਵਿੱਚ ਆਪਰੇਸ਼ਨ ਹੋਇਆ। ਆਸਟ੍ਰੇਲੀਆ ਤੋਂ ਵਾਪਸ ਸੱਚੇ ਪਾਤਸ਼ਾਹ ਥਾਈਲੈਂਡ ਆ ਗਏ। ਜਦੋਂ ਬਚਨ ਬਲਾਸ ਕਰਨ ਲੱਗ ਗਏ, ਠੀਕ ਹੋ ਗਏ, ਸਾਡੇ ਉਸਤਾਦ ਹਰਭਜਨ ਸਿੰਘ ਜੀ ਨੇ ਉਹਨਾਂ ਨੂੰ ਕਿਹਾ, ਇੱਕ ਸ਼ਬਦ ਪੜ੍ਹ। ਸੱਚੇ ਪਾਤਸ਼ਾਹ ਬੜੇ ਭਾਵਕ ਹੋ ਕੇ ਉਹਨਾਂ ਨੂੰ ਕਿਹਾ, ਸ਼ਬਦ ਪੜ੍ਹੋ। ਸ਼ਬਦ ਕੀ ਸੀ? ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਹਿ ਪਾਪੀ ਪਰਦਾ। ਇਹ ਸਿੱਖੀ ਹੈ, ਇਹ ਨਿਰਮਾਣਤਾ ਹੈ। ਜਿੱਥੇ ਮੈਂ ਖਤਮ ਹੋ ਜਾਂਦੀ ਹੈ, ਤੂੰ ਰਹਿ ਜਾਂਦਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਤੂੰ ਹੋ ਹਮ ਨਾਹੀਂ। ਮੈਂ ਇੰਨੀ ਅਰਜ਼ ਕਰਕੇ ਤੁਹਾਡਾ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡੇ ਨਾਲ ਬਿਤਾਏ ਹੋਏ ਇਸ ਸਮੇਂ ਵਿੱਚ ਸਾਨੂੰ ਪਰਮਾਤਮਾ ਯਾਦ ਆਇਆ, ਸਾਨੂੰ ਗੁਰੂ ਨਾਨਕ ਦੇਵ ਯਾਦ ਆਇਆ, ਸਾਨੂੰ ਆਪਣਾ ਆਪ ਯਾਦ ਆਇਆ। ਸਾਨੂੰ ਸਾਰੇ ਆਪਣੇ ਚੰਗੇ ਲੱਗਦੇ ਨੇ। ਉਹ ਸਮਾਂ ਬੜਾ ਚੰਗਾ ਲੱਗਿਆ। ਤੁਹਾਡੇ ਵਾਸਤੇ ਧੰਨਵਾਦ। ਬਹੁਤ ਛੋਟਾ ਸ਼ਬਦ ਹੈ, ਤੁਹਾਡੇ ਚਰਨਾਂ ਵਿੱਚ ਅਰਜ਼ ਹੈ। ਫਿਰ ਵੀ ਇਸ ਤਰ੍ਹਾਂ ਹੀ ਕਿਰਪਾ ਕਰਦੇ ਰਹੋ, ਦਰਸ਼ਨ ਦਿੰਦੇ ਰਹੋ। ਸਤਿ ਸ੍ਰੀ ਅਕਾਲ।